छोटे छोटे साहबजादे नाल है, धन माता माता गुजर कौर जी नाल है। किधरों दे गए, ये पौड़ियां तो चल के गए। ये पौड़ियां अज भी गवाही भरदियां ने। इन्हां पौड़ियां दा ना तो कोई पत्थर चुकिया, ना कोई इट हिलाई है। जिवें दियां गुरु साहब ये पौड़ियां छड्ड के गए हैं, अज भी ओही पौड़ियां। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਅੱਜ ਵੀ ਸਾਡੇ ਕੋਲੋਂ ਪੁਰਾਤਨ ਦਰਬਾਰ ਦੇ ਵਿੱਚ ਸੁਸ਼ੋਭਿਤ ਹੈ। ਗੁਰਮੁਖ ਪਿਆਰਿਓ, ਉਸ ਘਰ ਦੇ ਵਿੱਚ ਨਾਗਣੀ, ਕਟਾਰ ਤੇ ਕੜਾ, ਤਿੰਨ ਸ਼ਸਤਰ ਅੱਜ ਵੀ ਸਾਡੇ ਕੋਲ ਪੁਰਾਤਨ ਨੇ। ਪਾਣੀ ਜਾਣਾ ਵੀ ਦੁਸ਼ਮਣਾਂ ਨੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਇਸ ਸਤਲੁਜ ਦਰਿਆ ਤੋਂ। ਗੁਰੂ ਸਾਹਿਬ ਨੇ ਚੱਲਦੀ ਜੰਗ ਦੇ ਵਿੱਚ ਆਪਣੇ ਸਿੰਘਾਂ ਨੂੰ ਲਾਇਆ ਤੇ ਕੱਚਾ ਖੂਹ ਪੱਟਿਆ। ਕਿਹੜਾ ਕੱਚਾ ਖੂਹ? ਬੋਲੀ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ। ਅੱਜ ਬਹੁਤ ਇਤਿਹਾਸਕਾਰ ਕਹਿ ਦਿੰਦੇ ਆ ਕਿ ਗੁਰੂ ਸਾਹਿਬ ਜੀ ਦਾ ਜਦੋਂ ਸੀਸ ਧੜ ਤੋਂ ਜੁਦਾ ਹੋ ਗਿਆ, ਸੀਸ ਉੱਡ ਕੇ ਭਾਈ ਜਾਤਾ ਦੀ ਝੋਲੀ 'ਚ ਆ ਗਿਆ। ਬਿਲਕੁਲ ਗਲਤ ਗੱਲ ਹੈ, ਕਿਉਂਕਿ ਉਹਨੂੰ ਕੋਈ ਖਮ ਤਾਂ ਲੱਗਿਆ ਨਹੀਂ ਸੀ ਜਿਹੜਾ ਉੱਡ ਕੇ ਆ ਜਾਣਾ ਸੀਗਾ। ਆਨੰਦਾਂ ਦੀ ਪੁਰੀ ਦੀ ਧਰਤੀ ਦੇ ਉੱਪਰ ਆ ਰਹੀਆਂ ਸੰਗਤਾਂ ਨੂੰ ਅੱਜ ਉਸ ਅਸਥਾਨ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਅਸਥਾਨ ਬਾਰੇ ਬਹੁਤੇ ਲੋਕ ਜਾਣਕਾਰੀ ਹੀ ਨਹੀਂ ਰੱਖਦੇ। ਜਦੋਂ ਆਪਾਂ ਗੱਲ ਕਰਦੇ ਹਾਂ ਬਾਬਾ ਜੈਤਾ ਜੀ ਦੀ, ਜਿਨ੍ਹਾਂ ਨੇ ਖੰਡੇ ਕੀ ਪਹੁਲ ਲਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਆਖਿਆ ਸੀ, ਰੰਗਰੇਟਾ ਗੁਰੂ ਕਾ ਬੇਟਾ, ਅੱਜ ਤੋਂ ਪੁੱਤਰ ਤੂੰ ਮੇਰਾ ਬੇਟਾ ਬਣ ਗਿਆ ਹੈ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਦਿੱਲੀ ਤੋਂ ਲਿਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਾਬਾ ਜੈਤਾ ਜੀ ਹਾਜ਼ਰ ਕਰਦੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਹੈ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਬਣ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਜੂਝਦੇ ਰਹੇ ਨੇ, ਲੜਦੇ ਰਹੇ ਨੇ। ਜਦੋਂ ਆਪਾਂ ਅਨੰਦਪੁਰ ਛੱਡਣ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਨਾਲ ਸਨ। ਹੁਣ ਆਪਾਂ ਗੱਲ ਕਰਦੇ ਹਾਂ ਇਸ ਅਸਥਾਨ ਦੀ। ਇਹ ਅਸਥਾਨ ਨੂੰ ਅਸੀਂ ਵਿਸਾਰ ਚੁੱਕੇ ਹਾਂ, ਬਹੁਤ ਸਾਰੀਆਂ ਯਾਦਾਂ ਸਮੋਈ ਬੈਠਾ ਹੈ ਇਹ ਅਸਥਾਨ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੋਇਆ। ਤੁਸੀਂ ਦੇਖੋਗੇ ਇਸ ਸਥਾਨ ਦੇ ਉੱਪਰ ਪੁਰਾਤਨ ਪੌੜੀਆਂ ਜਿਹੜੀਆਂ ਬਣੀਆਂ ਹੋਈਆਂ ਨੇ, ਉਹ ਪੁਰਾਤਨ ਪੌੜੀਆਂ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਯਾਦ ਛੱਡਦੀਆਂ ਹਨ। ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪਰਿਵਾਰ ਬਾਬਾ ਜੀਵਨ ਸਿੰਘ ਜੀ ਦਾ ਅੱਗੇ ਪਰਿਵਾਰ ਖਾਨਦਾਨ ਸੰਭਾਲੀ ਬੈਠਾ ਹੈ। ਅਸੀਂ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਵਾਵਾਂਗੇ। ਇੱਥੋਂ ਤੱਕ ਕਿ ਉਸ ਵੇਲੇ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਦਰਸ਼ਨ ਹੋਣਗੇ। ਅੱਗੇ ਖਾਨਦਾਨ ਦੇ ਵਿੱਚੋਂ ਬਾਬਾ ਤੀਰਥ ਸਿੰਘ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੇਕਾਂ ਸੰਗਤ ਆਉਂਦੀ ਹੈ, ਪਰ ਬਹੁਤਿਆਂ ਨੂੰ ਇਹ ਜਾਣਕਾਰੀ ਨਹੀਂ ਵੀ ਬਾਬਾ ਜੀਵਨ ਸਿੰਘ ਜੀ ਦਾ ਅਸਥਾਨ ਬਿਲਕੁਲ ਇੱਥੇ ਨਾਲ ਹੀ ਬਣਿਆ ਹੋਇਆ ਹੈ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸੁਰਖਾਬ ਟੀਵੀ ਦੇਖਣ ਵਾਲੇ ਗੁਰਮੁਖ ਪਿਆਰਿਆਂ ਨੂੰ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਹੜੇ ਅੱਜ ਤੁਹਾਨੂੰ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਤਪ ਅਸਥਾਨ ਸਾਹਿਬ ਦੇ ਦਰਸ਼ਨ ਕਰਵਾ ਰਹੇ ਨੇ। ਮੇਰਾ ਕਹਿਣ ਤੋਂ ਭਾਵ ਇਸ ਪਾਵਨ ਅਸਥਾਨ 'ਤੇ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ 29 ਸਾਲ ਬਹਿ ਕੇ ਤਪੱਸਿਆ ਕੀਤੀ, ਸਿਮਰਨ ਕੀਤਾ, ਭਗਤੀ ਕੀਤੀ ਅਤੇ ਇਸ ਧਰਤੀ ਨੂੰ ਭਾਗ ਲਾਈ। ਇਹ ਉਹਨਾਂ ਮਹਾਨ ਸ਼ਹੀਦਾਂ ਦਾ ਪਾਵਨ ਦਰਬਾਰ ਹੈ। ਆਪ ਜੀ ਮੇਰੇ ਮਗਰ ਦਰਸ਼ਨ ਕਰ ਰਹੇ ਹੋ ਉਹ ਪੁਰਾਤਨ ਪੌੜੀਆਂ, ਜਿਨ੍ਹਾਂ ਪੌੜੀਆਂ ਤੋਂ ਉੱਤੇ ਚੱਲ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇਹਨਾਂ ਪੌੜੀਆਂ ਤੋਂ ਚੱਲਦੇ ਰਹੇ। ਸਾਹਿਬ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਆਪ ਇਹਨਾਂ ਪੁਰਾਤਨ ਇਤਿਹਾਸਿਕ 84 ਪੌੜੀਆਂ ਤੋਂ ਚੱਲਦੇ ਰਹੇ ਨੇ। ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਆਪ ਇਹਨਾਂ ਪੁਰਾਤਨ ਇਤਿਹਾਸਕ 84 ਪੌੜੀਆਂ ਤੋਂ ਚੱਲਦੇ ਰਹੇ ਨੇ। ਮੇਰਾ ਕਹਿਣ ਤੋਂ ਭਾਵ ਇਹ ਗੁਰਮੁਖ ਪਿਆਰਿਓ ਉੱਪਰ ਤੋਂ ਲੈ ਕੇ ਥੱਲੇ ਤੱਕ 84 ਪੌੜੀਆਂ ਨੇ। ਇਹਨਾਂ ਪੌੜੀਆਂ ਦੇ ਥੱਲੇ ਜਿੱਥੇ ਜਾ ਕੇ ਇਹ ਪੌੜੀਆਂ ਖਤਮ ਹੁੰਦੀਆਂ, ਉਸ ਵੇਲੇ ਗੁਰੂ ਸਾਹਿਬ ਦੇ ਸਮੇਂ ਇਹਨਾਂ ਪੌੜੀਆਂ ਦੇ ਥੱਲੇ ਸਤਲੁਜ ਦਰਿਆ ਚੱਲਿਆ ਕਰਦਾ ਸੀਗਾ ਜੀ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਇਹਨਾਂ ਪੌੜੀਆਂ ਤੋਂ ਚੱਲ ਕੇ ਜਲ ਵਰਤਦੇ ਰਹੇ। ਪਿੱਛੇ ਤੁਸੀਂ
ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਲੇ ਦੇ ਦਰਸ਼ਨ ਕੀਤੇ ਆ। ਉਸ ਕਿਲੇ ਦੇ ਵਿੱਚ ਗੁਰੂ ਸਾਹਿਬ ਦੀ ਆਪਣੀ ਰਿਹਾਇਸ਼ ਹੁੰਦੀ ਸੀਗੀ। ਗੁਰੂ ਸਾਹਿਬ ਦੀਆਂ ਖਾਲਸਾ ਫੌਜਾਂ ਉਸ ਕਿਲੇ ਵਿੱਚ ਰਿਹਾ ਕਰਦੀਆਂ ਸਨ। ਜਦੋਂ 22 ਧਾਰ ਦੇ ਰਾਜਿਆਂ ਨੇ ਅਤੇ ਮੁਗਲ ਫੌਜਾਂ ਨੇ ਰਲ ਕੇ ਇਸ ਕਿਲੇ ਨੂੰ ਘੇਰਾ ਪਾ ਲਿਆ, ਬਾਹਰੋਂ ਰਾਸ਼ਨ ਜਾਣਾ ਬੰਦ ਹੋ ਗਿਆ। ਆਪ ਜੀ ਨੂੰ ਪਤਾ ਹੈ ਕਿ ਸਿੰਘ ਭੁੱਖ ਦੇ ਦੁੱਖੋਂ ਬਦਾਵਾ ਲਿਖ ਕੇ ਦੇ ਗਏ, ਤੇ ਜਦੋਂ ਪਾਣੀ ਜਾਣਾ ਵੀ ਦੁਸ਼ਮਣਾਂ ਨੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਇਸ ਸਤਲੁਜ ਦਰਿਆ ਤੋਂ। ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸਿੰਘਾਂ ਨੇ ਕਿ ਸੱਚੇ ਪਾਤਸ਼ਾਹ, ਇੱਕ ਮੁੱਠੀ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰ ਲਵਾਂਗੇ, ਪਰ ਪਾਣੀ ਤੋਂ ਬਗੈਰ ਜਿਉਣਾ ਬੜਾ ਔਖਾ ਹੈ। ਸਤਿਗੁਰੂ ਨੇ ਆਪਣੇ ਸਿੰਘਾਂ ਨੂੰ ਪਤਾ ਉਸ ਵੇਲੇ ਕੀ ਕਿਹਾ? ਕਹਿੰਦੇ ਖਾਲਸਾ ਜੀ, ਜੰਗ ਦਾ ਕੋਈ ਪਤਾ ਨਹੀਂ ਕਿੱਡੀ ਲੰਬੀ ਚੱਲਣੀ ਆ। ਆਪ ਜੀ ਇਸ ਤਰ੍ਹਾਂ ਕਰੋ, ਅੰਦਰ ਹੀ ਕੱਚਾ ਖੂਹ ਪੱਟ ਲਵੋ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਨੇ ਚੱਲਦੀ ਜੰਗ ਦੇ ਵਿੱਚ ਆਪਣੇ ਸਿੰਘਾਂ ਨੂੰ ਲਾਇਆ ਤੇ ਕੱਚਾ ਖੂਹ ਪੱਟਿਆ। ਕਿਹੜਾ ਕੱਚਾ ਖੂਹ? ਬੋਲੀ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਆ। ਉਹ ਬੋਲੀ ਸਾਹਿਬ ਦੀ ਉਦੋਂ ਲੋੜ ਪਈ ਜਦੋਂ ਸਤਲੁਜ ਦੇ ਘਾਟ ਤੋਂ ਇਹ ਪਾਣੀ ਜਾਣਾ ਬੰਦ ਹੋ ਗਿਆ। ਹੁਣ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਨੇ ਪਾਣੀ ਦਾ ਪ੍ਰਬੰਧ ਅੰਦਰੇ ਕਰ ਲਿਆ, ਜਲ ਦਾ ਪ੍ਰਬੰਧ ਅੰਦਰੇ ਕਰ ਲਿਆ। ਇਹਨਾਂ ਦਾ ਹੁਣ ਕਿਲੇ ਦੇ ਵਿੱਚੋਂ ਨਿਕਲਣਾ ਨਾਮੁਮਕਿਨ ਹੋ ਜਾਵੇਗਾ। ਗੁਰਮੁਖ ਪਿਆਰਿਓ, ਉਸ ਵੇਲੇ ਦੁਸ਼ਮਣਾਂ ਨੇ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ ਕੁਰਾਨ, ਤੇ ਪਹਾੜੀ ਰਾਜੇ ਜਿਹੜੇ 22 ਧਾਰਾਂ ਦਾ ਮਤਲਬ ਆਪ ਜੀ ਸਮਝਦੇ ਹੋਵੋਗੇ। ਇਹ ਸਾਹਮਣੇ ਨੈਣਾ ਦੇਵੀ ਦੀ ਪਹਾੜੀ ਨਜ਼ਰ ਆ ਰਹੀ ਹੈ ਇੱਕ, ਉਹਦੇ ਮਗਰਲੇ ਪਾਸੇ 21 ਪਹਾੜੀਆਂ ਹੋਰ ਨੇ ਇਹਦੇ ਵਰਗੀਆਂ। ਜਿਹੜੀ ਪਹਾੜੀ ਦੀ ਸਲੋਪ ਹੁੰਦੀ ਹੈ ਉਹਨੂੰ ਧਾਰ ਕਿਹਾ ਗਿਆ। ਇਹ 22 ਪਹਾੜੀਆਂ ਸੀਗੀਆਂ, 22 ਧਾਰਾਂ ਸੀਗੀਆਂ। 22 ਧਾਰ ਦੇ ਰਾਜੇ ਇਹ ਸੀਗੇ ਜਿਹੜੇ ਔਰੰਗਜ਼ੇਬ ਦੇ ਤਾਂ ਪਿੱਠੂ ਸੀਗੇ, ਪਰ ਗੁਰੂ ਸਾਹਿਬ ਦਾ ਇਹ ਵਿਰੋਧ ਕਰਦੇ ਸੀਗੇ। ਇਹਨਾਂ ਨੇ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਅੱਗੇ ਆ ਗਏ, ਮਹਾਰਾਜ ਦੇ ਅੱਗੇ ਆ ਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਮੁਸਲਮਾਨ ਕਹਿਣ ਲੱਗੇ ਸਾਨੂੰ ਕੁਰਾਨ ਦੀਆਂ ਕਸਮਾਂ, ਮਹਾਰਾਜ ਜੇ ਤੁਸੀਂ ਆਪੇ ਕਿਲਾ ਖਾਲੀ ਕਰ ਜਾਵੋ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ। ਇਹ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਲਿਆਂਦੀ, ਮਹਾਰਾਜ ਦੇ ਅੱਗੇ ਰੱਖ ਕੇ ਕਹਿਣ ਲੱਗੇ ਸਾਨੂੰ ਗਊ ਦੀਆਂ ਕਸਮਾਂ, ਮਹਾਰਾਜ ਜੇ ਤੁਸੀਂ ਆਪੇ ਕਿਲਾ ਖਾਲੀ ਕਰ ਜਾਵੋ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ। ਸਤਿਗੁਰੂ ਕਹਿਣ ਲੱਗੇ ਮੈਨੂੰ ਤੁਹਾਡਾ ਕੋਈ ਡਰ ਨਹੀਂਗਾ, ਤੁਹਾਨੂੰ 7 ਮਹੀਨੇ ਹੋ ਗਏ ਜੇ ਘੇਰਾ ਪਾ ਕੇ ਬੈਠਿਆਂ ਨੂੰ, ਤੇ ਅਜੇ ਕਹਿੰਦੇ ਤੁਸੀਂ ਕੁਝ ਵੀ ਨਹੀਂ ਕਹਿੰਦੇ। ਬਹੁਤ ਵੱਡੀ ਗੱਲ ਸੀਗੀ, 7 ਮਹੀਨੇ ਘੇਰਾ ਪੈਣਾ ਤੇ ਸਿੰਘਾਂ ਦੀਆਂ ਕੁਰਬਾਨੀਆਂ ਹੋਣੀਆਂ। ਉਸ ਤੋਂ ਬਾਅਦ ਦੇ ਵਿੱਚ ਕਿਲਾ ਛੱਡ ਕੇ ਜਾਣਾ। ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ, ਬਾਬਾ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਸਨ, ਛੋਟੇ ਭਰਾ ਸੀਗੇ। ਜੀ ਜੀ, ਦੇਖੋ ਵੀ ਇੱਕ ਕਿੱਡਾ ਵੱਡਾ ਇਤਿਹਾਸ ਜਿਹੜਾ ਸਮੋਈ ਬੈਠਾ ਹੈ ਆਨੰਦਪੁਰ ਸਾਹਿਬ ਇਹ ਨਗਰ। ਤੇ ਬਾਬਾ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਤੁਸੀਂ ਪੌੜੀਆਂ ਦੀ ਗੱਲ ਕੀਤੀ ਹੈ, ਇਹਦੇ ਨਾਲ ਨਾਲ ਕੋਈ ਪੁਰਾਤਨ ਹੋਰ ਚੀਜ਼ਾਂ ਤੁਸੀਂ ਜਿਹੜੀਆਂ ਸੰਭਾਲੀਆਂ ਹੋਣ? ਇਹ ਪਹਿਲੋਂ ਤਾਂ ਇਹ ਪੌੜੀਆਂ ਦਾ ਮੈਂ ਤੁਹਾਨੂੰ ਇਤਿਹਾਸ ਦੱਸ ਰਿਹਾ ਵੀ ਮੁਸਲਮਾਨਾਂ ਨੇ ਇਹ ਕਸਮਾਂ ਖਾਧੀਆਂ। ਗੁਰੂ ਸਾਹਿਬ ਦੇ ਸਿੰਘਾਂ ਨੇ ਵੀ ਗੁਰੂ ਸਾਹਿਬ ਨੂੰ ਬੇਨਤੀ ਕਰਤੀ, ਸੱਚੇ ਪਾਤਸ਼ਾਹ ਆਪਣੇ ਕੋਲ ਵੀ ਰਾਸ਼ਨ ਖਤਮ ਹੋ ਚੁੱਕਾ ਹੋਇਆ ਹੈ, ਤੇ ਜੇ ਹੁਣ ਕਹਿੰਦੇ ਆ ਤੇ ਇਹਨਾਂ 'ਤੇ ਇਤਬਾਰ ਕਰ ਲੈਣਾ ਚਾਹੀਦਾ। ਪਰ ਸਿੰਘਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀਗਾ ਕਿ ਅੱਗੇ ਜਾ ਕੇ ਕੀ ਭਾਣੇ ਵਾਪਰਨੇ। ਗੁਰੂ ਸਾਹਿਬ ਤਾਂ ਜਾਣ ਸੀਗੇ, ਉਹਨਾਂ ਨੂੰ ਸਾਰੇ ਹਾਲਾਤਾਂ ਤੋਂ ਪਤਾ ਸੀਗਾ, ਗਿਆਨ ਸੀਗਾ। ਗੁਰੂ ਸਾਹਿਬ ਨੇ ਆਪਣੇ ਖਾਲਸੇ ਦਾ ਹੁਕਮ ਮੰਨਿਆ। ਖਾਲਸੇ ਦਾ ਹੁਕਮ ਮੰਨਦੇ ਹੋਏ, ਕਿਉਂਕਿ ਜਦੋਂ ਅੰਮ੍ਰਿਤ ਛਕਾਇਆ ਹੈ ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਤੇ ਆਪ ਛਕਿਆ ਹੈ, ਉਦੋਂ ਆਪਣੇ ਸਿੰਘਾਂ ਦੇ ਨਾਲ ਇਹ ਬਚਨ ਕਰ ਦਿੱਤਾ ਸੀਗਾ, ਖਾਲਸਾ ਜੀ ਜਦੋਂ ਤੁਸੀਂ ਮੈਨੂੰ ਹੁਕਮ ਕਰੋਗੇ ਮੈਂ ਵੀ ਤੁਹਾਡਾ ਬਚਨ ਮੰਨਾਂਗਾ। ਆਪਣੇ ਖਾਲਸੇ ਦਾ ਹੁਕਮ ਮੰਨਦੇ ਹੋਏ ਗੁਰਮੁਖ ਪਿਆਰਿਓ 6 ਔਰ 7 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿਲਾ ਖਾਲੀ ਕਰ ਦਿੱਤਾ। ਛੋਟੇ ਛੋਟੇ ਸਾਹਿਬਜ਼ਾਦੇ ਨਾਲ ਹੈ, ਧੰਨ ਮਾਤਾ ਗੁਜਰ ਕੌਰ ਜੀ ਨਾਲ ਹੈ। ਕਿੱਧਰੋਂ ਦੇ ਗਏ? ਇਹ ਪੌੜੀਆਂ ਤੋਂ ਚੱਲ ਕੇ ਗਏ। ਇਹ ਪੌੜੀਆਂ ਅੱਜ ਵੀ ਗਵਾਹੀ ਭਰਦੀਆਂ ਨੇ। ਦਾਸ ਸਾਹਿਬ ਭਾਈ ਜਾਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਹੋਣ ਦੇ ਨਾਤੇ 8ਵਾਂ ਖਾਨਦਾਨ ਹੋ ਗਿਆ ਸਾਡਾ ਗੁਰਮੁਖ ਪਿਆਰਿਓ ਇਸ ਪਾਵਨ ਸਥਾਨ ਦੀ ਸੇਵਾ ਨਿਭਾਉਂਦੇ ਹਾਂ। ਇਹ ਗੱਲ ਮੈਂ ਤੁਹਾਨੂੰ ਤਾਂ ਦੱਸੀ ਹੈ ਕਿ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡ ਵਡੇਰਿਆਂ ਨੇ, ਕਿਸੇ ਨੇ ਵੀ ਇਹਨਾਂ ਪੌੜੀਆਂ ਦਾ ਨਾ ਤਾਂ ਕੋਈ ਪੱਥਰ ਚੁੱਕਿਆ ਨਾ ਕੋਈ ਇੱਟ ਹਿਲਾਈ ਹੈ। ਜਿਵੇਂ ਦੀਆਂ ਗੁਰੂ ਸਾਹਿਬ ਇਹ ਪੌੜੀਆਂ ਛੱਡ ਕੇ ਗਏ ਆ, ਅੱਜ ਵੀ ਇਹ ਉਹੀ ਪੌੜੀਆਂ ਸੰਗਤ ਦਰਸ਼ਨ ਕਰਕੇ ਉਠਭਾਗੀ ਹੁੰਦੀਆਂ।
ਹੁਣ ਤੁਸੀਂ ਗੱਲ ਕੀਤੀ ਸੀ, ਮੇਰੇ ਨਾਲ ਸਵਾਲ ਕੀਤਾ ਸੀਗਾ ਹੋਰ ਕੀ ਹੈ। ਗੁਰਮੁਖ ਪਿਆਰਿਓ, ਇਸ ਸਥਾਨ ਦੇ ਉੱਤੇ ਸਾਹਿਬ ਭਾਈ ਜੈਤਾ ਜੀ ਦਾ ਪੁਰਾਤਨ ਘਰ, ਜਿਸ ਘਰ ਦੇ ਵਿੱਚ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਬਾਬਾ ਸੇਵਾ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਗੁਰਦਿਆਲ ਸਿੰਘ ਜੀ, ਬਾਬਾ ਗੁਲਜ਼ਾਰ ਸਿੰਘ ਜੀ, 4 ਸਾਹਿਬਜ਼ਾਦਿਆਂ ਦਾ ਇਸ ਘਰ ਦੇ ਵਿੱਚ ਜਨਮ ਹੋਇਆ। ਤੇ ਗੁਰਮੁਖ ਪਿਆਰਿਓ, ਸਾਡਾ ਵੀ ਇਸੇ ਘਰ ਵਿੱਚ ਜਨਮ ਹੋਇਆ। ਸਾਡੇ ਪਿਤਾ ਜੀ ਦਾ ਵੀ ਇਸੇ ਘਰ 'ਚ ਜਨਮ ਹੋਇਆ। ਸਾਡੇ ਦਾਦਾ ਜੀ ਦਾ ਵੀ ਇਸੇ ਘਰ 'ਚ ਜਨਮ ਹੋਇਆ। ਕਹਿਣ ਤੋਂ ਭਾਵ ਅਸੀਂ ਉਸ ਪਰਿਵਾਰ ਦੇ ਵਿੱਚੋਂ ਚਲੇ ਆ ਰਹੇ ਹਾਂ। ਸਾਡਾ ਬਾਬਾ ਜੀਵਨ ਸਿੰਘ ਦੇ ਨਾਲ ਬਲੱਡ ਰਿਲੇਸ਼ਨ ਹੋਣ ਕਰਕੇ ਸਾਡੇ ਜਨਮ ਵੀ ਇਸੇ ਘਰ ਦੇ ਵਿੱਚ ਹੋਇਆ। ਇਸ ਸਥਾਨ ਦੀ ਜਿਹੜੀ ਸੇਵਾ ਹੈ ਉਹ ਜੱਦੀ ਪੁਸ਼ਤੀ ਸਾਡੇ ਕੋਲ ਹੈ। ਉਹਨਾਂ ਮਹਾਨ ਸ਼ਹੀਦਾਂ ਦਾ ਉਹ ਪਾਵਨ ਘਰ ਅੱਜ ਵੀ ਜਿਉਂਦਾ ਤਿਉਂ ਹੈ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਨੇ। ਤੁਸੀਂ ਬਾਬਾ ਜੀ ਪਹਿਲਾਂ ਤੋਂ ਇੱਥੇ ਹੀ ਰਹਿੰਦੇ ਰਹੇ ਹੋ ਜਾਂ ਪਹਿਲਾਂ ਕਿਤੇ ਹੋਰ ਵੀ ਰਿਹਾਇਸ਼ ਸੀਗੀ ਤੁਹਾਡੀ? ਮੈਂ ਆਪ ਜੀ ਨੂੰ ਦੱਸ ਕੇ ਹਟਿਆ ਕਿ ਸਾਡਾ 8ਵਾਂ ਖਾਨਦਾਨ ਹੋ ਗਿਆ ਇਸੇ ਜਗ੍ਹਾ ਤੇ। ਅੱਛਾ, ਤੁਸੀਂ ਪਹਿਲਾਂ ਤੋਂ ਹੀ ਇੱਥੇ ਰਹਿੰਦੇ ਹੋ? ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਾਡਾ ਪਰਿਵਾਰ ਇਸੇ ਘਰ ਵਿੱਚ ਚੱਲਿਆ ਆ ਰਿਹਾ। ਇਸ ਸਥਾਨ ਦੀ ਸਾਡੇ ਕੋਲ ਸੇਵਾ ਹੈ। ਆਪ ਜੀ ਨੇ ਦਰਬਾਰ ਦੇ ਦਰਸ਼ਨ ਕੀਤੇ ਆ। ਉਹ ਸਥਾਨ ਹੈ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਹੈ। ਪਹਿਲੋਂ ਸਿਰਫ 7 ਮਰਲੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੀਗਾ। ਸੰਤ ਬਾਬਾ ਕਿਰਪਾਲ ਸਿੰਘ ਦੀ ਬਦੌਲਤ ਅੱਜ ਦਰਬਾਰ ਬਣ ਚੁੱਕਾ ਹੈ। ਸੋਨੇ ਦਾ ਕਲਸ਼ ਵੀ ਝੁਲਦਾ ਦਰਬਾਰ ਦੇ ਉੱਤੇ। ਗੁਰੂ ਕਾ ਲੰਗਰ ਵੀ ਬਣ ਚੁੱਕਾ ਹੈ, ਤਿਆਰ ਹੋ ਗਿਆ ਹੈ। 2010 ਦੇ ਵਿੱਚ ਗੁਰੂ ਕਾ ਲੰਗਰ ਹੈ ਜਿਹੜਾ ਇਹ ਸ਼ੁਰੂ ਕਰ ਦਿੱਤਾ ਗਿਆ ਸੀਗਾ। ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ 24 ਘੰਟੇ ਲੰਗਰ ਚੱਲਦਾ ਹੈ। ਸੰਗਤਾਂ ਆਉਂਦੀਆਂ ਹੈ, ਜਿੰਨੀਆਂ ਵੀ ਸੰਗਤਾਂ ਆਉਂਦੀਆਂ ਗੁਰੂ ਕਾ ਲੰਗਰ ਛਕ ਕੇ ਜਾਂਦੀਆਂ। ਇਹ ਉਹਨਾਂ ਸ਼ਹੀਦਾਂ ਦੇ ਆਪ ਜੀ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ, ਜਿੱਥੇ ਆਪ ਜੀ ਉਹਨਾਂ ਸ਼ਹੀਦਾਂ ਦੇ ਘਰ ਦੇ ਦਰਸ਼ਨ ਕੀਤੇ ਆ। ਗੁਰਮੁਖ ਪਿਆਰਿਓ, ਉਸ ਘਰ ਦੇ ਵਿੱਚ ਨਾਗਣੀ, ਕਟਾਰ ਤੇ ਕੜਾ 3 ਸ਼ਸਤਰ ਅੱਜ ਵੀ ਸਾਡੇ ਕੋਲ ਪੁਰਾਤਨ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਅੱਜ ਵੀ ਸਾਡੇ ਕੋਲੋਂ ਪੁਰਾਤਨ ਦਰਬਾਰ ਦੇ ਵਿੱਚ ਸੁਸ਼ੋਭਿਤ ਹੈ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਨੇ। ਇੱਕ ਬਾਬਾ ਜੀ ਆਪਾਂ ਜਿਵੇਂ ਜਸਪਾਨ ਜੀ ਦੀ ਗੱਲ ਕਰਦੇ ਹਾਂ, ਬਾਬਾ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਦੇ ਦਾਦਾ ਜੀ ਸਨ ਜਸਪਾਨ ਜੀ, ਤੇ ਉਹਨਾਂ ਨੇ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ, ਕਰਿਆਣਾ ਜੀ ਦੀ ਯਾਦ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀ, ਜਿੱਥੇ ਬਕਾਇਦਾ ਸੰਗੀਤ ਸਿਖਾਇਆ ਜਾਂਦਾ ਸੀਗਾ। ਉਹ ਉਪਰਾਲੇ ਬਾਰੇ ਕੋਈ ਜਾਣਕਾਰੀ ਹੋਵੇ ਜੀ? ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਜੀ ਬਾਬਾ ਸਦਾਨੰਦ ਜੀ, ਸਦਾਨੰਦ ਜੀ ਦੇ ਪਿਤਾ ਜੀ ਸੁਖਪਾਨ ਜੀ, ਸੁਖਪਾਨ ਦੇ ਪਿਤਾ ਜੀ ਜਸਪਾਨ ਜੀ, ਜਸਪਾਨ ਦੇ ਪਿਤਾ ਜੀ ਭਾਈ ਕਲਿਆਣਾ ਜੀ। ਭਾਈ ਕਲਿਆਣਾ ਜੀ ਦਿੱਲੀ ਦੇ ਵਿੱਚ ਰਿਹਾ ਕਰਦੇ ਸੀਗੇ। ਉੱਥੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਹੋਈ ਸੀਗੀ, ਜਿੱਥੇ ਉਹ ਸੰਗੀਤ ਦਾ ਵਿਦਿਆਲਾ ਖੋਲ੍ਹ ਕੇ ਇਹਨਾਂ ਗਰੀਬ ਲੋਕਾਂ ਨੂੰ ਕੀਰਤਨ ਸਿਖਾਇਆ ਕਰਦੇ ਸੀਗੇ। ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਰਿਹਾ ਕਿਸੇ ਟਾਈਮ ਵਿਦਿਆਲਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹੁੰਦੀ ਹੈ, ਉਦੋਂ ਬਕਾਇਦਾ ਜਿਹੜੇ ਸਿੰਘ ਬੈਠ ਕੇ ਸਾਰੀ ਪਲੈਨਿੰਗ ਕਰਦੇ ਨੇ, ਉਹ ਬਾਬਾ ਕਲਿਆਣਾ ਜੀ ਦੀ ਉਸ ਧਰਮਸ਼ਾਲਾ ਦੇ ਵਿੱਚ ਪਲੈਨਿੰਗ ਹੁੰਦੀ ਹੈ ਸਾਰੀ। ਭਾਈ ਆਗਿਆ ਰਾਮ ਜੀ ਬਾਬਾ ਜੀਵਨ ਸਿੰਘ ਜੀ ਦੇ ਤਾਇਆ ਜੀ ਹੋਏ ਆ, ਜਿਹਨਾਂ ਦਾ ਦਿੱਲੀ ਦੇ ਵਿੱਚ ਇੱਕ ਕਾਰੋਬਾਰ ਸੀਗਾ। ਭਾਈ ਲੱਖੀ ਸ਼ਾਹ ਬਣਜਾਰਾ ਜੀ ਨੂੰ ਆਪ ਸਭ ਇਤਿਹਾਸਕਾਰ, ਆਪ ਸਭ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ। ਭਾਈ ਲੱਖੀ ਸ਼ਾਹ ਬਣਜਾਰਾ ਜੀ ਦਾ ਇਤਿਹਾਸ ਦੱਸਦਾ, ਉਸ ਵੇਲੇ 1000 ਗੱਡਾ ਜਿਹੜਾ ਉਹ ਦਿੱਲੀ ਵਿੱਚ ਚੱਲਦਾ ਸੀਗਾ। ਤੇ ਜੇ 1000 ਗੱਡਾ ਚੱਲਦਾ ਸੀਗਾ ਉਹਨਾਂ ਦਾ, ਤੇ 2000 ਬਲਦ ਵੀ ਸੀਗੇ। ਜੇ 2000 ਬਲਦ ਸੀਗੇ ਤੇ 1000 ਬੰਦਾ ਉਹ ਗੱਡਿਆਂ ਨੂੰ ਚਲਾਉਣ ਵਾਲਾ ਵੀ ਸੀਗਾ। ਕਹਿਣ ਤੋਂ ਭਾਵ ਮੇਰਾ ਉਹ ਐਡਾ ਕੁ ਵੱਡਾ ਸ਼ਾਹੂਕਾਰ ਸੀਗਾ, ਜਿਹਦਾ ਕਿ ਸ਼ਾਹੀ ਘਰਾਣੇ ਦੇ ਨਾਲ ਵਪਾਰ ਚੱਲਦਾ ਸੀਗਾ। ਉਹਦੇ ਗੱਡਿਆਂ ਨੂੰ ਕੋਤਵਾਲੀ ਦੇ ਅੰਦਰ ਆਉਣ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀਗੀ। ਅੱਜ ਬਹੁਤ ਇਤਿਹਾਸਕਾਰ ਇਹ ਕਹਿ ਦਿੰਦੇ ਆ ਕਿ ਗੁਰੂ ਸਾਹਿਬ ਜੀ ਦਾ ਜਦੋਂ ਸੀਸ ਧੜ ਤੋਂ ਜੁਦਾ ਹੋ ਗਿਆ, ਸੀਸ ਉੱਡ ਕੇ ਭਾਈ ਜੈਤਾ ਦੀ ਝੋਲੀ 'ਚ ਆ ਗਿਆ। ਬਿਲਕੁਲ ਗਲਤ ਗੱਲਾਂ ਹੈ, ਕਿਉਂਕਿ ਉਹਨੂੰ ਕੋਈ ਖਮਤਾ ਲੱਗਿਆ ਨਹੀਂ ਸੀ ਜਿਹੜਾ ਉੱਡ ਕੇ ਆ ਜਾਣਾ ਸੀਗਾ। ਵੀ ਆਪਾਂ ਗੁਰੂ ਸਾਹਿਬ ਜੀ ਦੇਖੋ, ਗੁਰੂ ਸਾਹਿਬ ਜੀ ਦੀ ਕਿੱਡੀ ਵੱਡੀ ਕੁਰਬਾਨੀ ਹੋਈ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਅਕਸਰ ਜਿਹੜਾ ਹੈਗਾ ਜਾ ਕੇ ਕਰਾਮਾਤ ਦੀ ਝੋਲੀ 'ਚ ਸੁੱਟ ਦਿੰਦੇ ਹਾਂ, ਪਰ ਉਹ ਸੂਰਮਿਆਂ ਨੇ
ਕਿੰਨੀ ਦੂਰ ਅੰਦੇਸੀ ਦੇ ਨਾਲ ਪਲੈਨਿੰਗ ਕਰਕੇ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਗੱਡੇ ਚੱਲਦੇ ਸੀਗੇ, ਬਲਦ ਸੀਗੇ, ਕਿਹੜੇ ਢੰਗ ਦੇ ਨਾਲ ਉਹ ਸ਼ਾਹੀ ਘਰਾਣਿਆਂ ਦੇ ਨਾਲ ਉਹਨਾਂ ਦਾ ਮੇਲ ਸੀਗਾ, ਹੈ ਨਾ, ਕਿਹੜੇ ਢੰਗ ਦੇ ਨਾਲ ਪਲੈਨਿੰਗ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁੱਕਣਾ। ਗੁਰੂ ਸਾਹਿਬ ਜੀ ਦਾ ਜਦੋਂ ਸ਼ਹਾਦਤ ਹੁੰਦੀ ਹੈ, ਇਤਿਹਾਸ ਦੱਸਦਾ ਕਿ ਹਨੇਰੀ ਝੱਖੜ ਤੂਫਾਨ ਆ ਗਿਆ। ਗੁਰਮੁਖੋ, ਔਰੰਗਜ਼ੇਬ ਦੀ ਬੇਟੀ ਦਾ ਨਾਂ ਹੈ ਜੈਬੂ ਨਿਸ਼ਾ। ਕੀ ਦੱਸਿਆ? ਜੈਬੂ ਨਿਸ਼ਾ, ਯਾਦ ਰੱਖਿਓ। ਜੈਬੂ ਨਿਸ਼ਾ ਔਰੰਗਜ਼ੇਬ ਦੀ ਬੇਟੀ ਆ। ਉਹਨੂੰ ਪਤਾ ਇਸ ਗੱਲ ਦਾ ਕਿ ਮੇਰੇ ਪਿਤਾ ਨੇ ਪਹਿਲੋਂ ਤਾਂ ਮੇਰੇ ਤਾਏ ਨੂੰ ਕੈਦ ਕੀਤਾ, ਮੇਰੇ ਦਾਦੇ ਨੂੰ ਕੈਦ ਕੀਤਾ, ਇਹਨਾਂ ਲੋਕਾਂ ਨੂੰ ਕੈਦ ਕਰਕੇ ਫਿਰ ਇਹਨੇ ਰਾਜ ਭਾਗ ਸੰਭਾਲਿਆ। ਉਹ ਆਪਣੇ ਪਿਤਾ ਤੋਂ ਇੰਨੀ ਕੁ ਦੁਖੀ ਸੀਗੀ ਕਿ ਉਹਨੇ ਆਪਣੇ ਪਿਤਾ ਦਾ ਸਾਥ ਨਹੀਂ ਦਿੱਤਾ, ਉਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਥ ਦਿੱਤਾ। ਬਹੁਤ ਵੱਡੀ ਗੱਲ ਸੀਗੀ ਇਹ। ਜੈਬੂ ਨਿਸ਼ਾ ਦੀ ਬਦੌਲਤ ਹੀ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਨੇ ਭਾਈ ਆਗਿਆ ਰਾਮ ਦੇ ਨਾਲ ਗੁਰਮਤਾ ਕੀਤਾ, ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਨਾਲ ਗੁਰਮਤਾ ਕੀਤਾ। ਸਾਰਿਆਂ ਨਾਲ ਗੁਰਮਤਾ ਕਰਕੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਜਿਹੜਾ ਗੱਡਾ ਸੀਗਾ ਨਾ, ਮੇਨ ਗੱਡਾ, ਉਹ ਭਾਈ ਆਗਿਆ ਰਾਮ ਜੀ ਨੇ ਚਲਾਇਆ। ਭਾਈ ਆਗਿਆ ਰਾਮ ਜੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਕਾਰੋਬਾਰ ਦੇ ਸਾਰੇ ਦੇ ਮੁਖੀ ਸੀਗੇ। ਹੁਣ ਦੇਖੋ ਨਾ, ਐਡਾ ਵੱਡਾ ਕਾਰੋਬਾਰ, ਹਜ਼ਾਰਾਂ ਗੱਡਾ, ਹਜ਼ਾਰਾਂ ਬੰਦਾ ਤੇ ਹਜ਼ਾਰਾਂ ਦੇ ਤਾਦਾਦ ਵਿੱਚ ਉਹਦੇ ਕੋਲ ਬਲਦ ਸੀਗਾ। ਹੁਣ ਤੁਸੀਂ ਅਨੁਮਾਨ ਲਾ ਲਿਓ ਕਿ ਕੀ ਲੱਖੀ ਸ਼ਾਹ ਵਣਜਾਰਾ ਦਾ ਇੱਕ ਕੋਠਾ ਸੀਗਾ। ਲੱਖੀ ਸ਼ਾਹ ਵਣਜਾਰਾ ਜੀ ਦਾ ਬਹੁਤ ਵੱਡਾ ਮਹਿਲ ਸੀਗਾ, ਬਹੁਤ ਵੱਡੀ ਹਵੇਲੀ ਸੀਗੀ, ਜਿਹਦੇ ਵਿੱਚ ਹਜ਼ਾਰਾਂ ਗੱਡੇ ਖੜ੍ਹਦੇ ਹੁੰਦੇ ਸੀਗੇ, ਜਿਹਦਾ ਬਹੁਤ ਵੱਡਾ ਵਪਾਰ ਸੀਗਾ। ਇਹ ਸਾਰੇ ਕਾਰੋਬਾਰ ਦੇ ਮੁਖੀ ਭਾਈ ਆਗਿਆ ਰਾਮ ਜੀ ਸੀਗੇ। ਭਾਈ ਆਗਿਆ ਰਾਮ ਜੀ ਬਾਬਾ ਜੀਵਨ ਸਿੰਘ ਦੇ ਤਾਇਆ ਜੀ ਸੀਗੇ। ਇਸੇ ਕਰਕੇ ਹੀ ਭਾਈ ਜੈਤਾ ਜੀ ਨੇ ਹੌਸਲਾ ਕੀਤਾ ਸੀਸ ਲਿਆਉਣ ਦਾ ਕਿ ਮੇਰੇ ਤਾਇਆ ਜੀ ਉੱਥੇ ਹੈਗੇ ਆ, ਮੈਂ ਉਹਨਾਂ ਨਾਲ ਜਾ ਕੇ ਗੁਰਮਤਾ ਕਰਕੇ ਇਹ ਸੇਵਾ ਸੱਚੇ ਪਾਤਸ਼ਾਹ ਮੈਂ ਕਰਾਂਗਾ। ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਤੁਹਾਨੂੰ, ਸਾਡੇ ਬਜ਼ੁਰਗ ਸਾਨੂੰ ਇਹ ਗੱਲਾਂ ਪੁਸਤ ਦਰ ਪੁਸਤ ਦੱਸਦੇ ਆਏ ਆ। ਇਤਿਹਾਸਕਾਰਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਇਤਿਹਾਸ ਨੂੰ ਜਾਣਨ ਦੇ 3 ਸਰੋਤ ਮੰਨੇ ਆ ਇਤਿਹਾਸਕਾਰਾਂ ਨੇ। ਇੱਕ ਹੈ ਕਿਤਾਬੀ, ਜਿਹੜਾ ਆਪਾਂ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰਦੇ ਹਾਂ। ਦੂਸਰਾ ਹੈ ਅਸਥਾਨੀ, ਜਿਹੜੇ ਸਥਾਨਾਂ 'ਤੇ ਆਪਾਂ ਜਾ ਕੇ ਉੱਥੋਂ ਬਾਰੇ, ਇਤਿਹਾਸ ਬਾਰੇ ਜਾਣਕਾਰੀ ਲੈ ਕੇ ਉਹਦਾ ਗਿਆਨ ਪ੍ਰਾਪਤ ਕਰਦੇ। ਜਿਵੇਂ ਅੱਜ ਸੁਰਖਾਬ ਟੀਵੀ ਵਾਲੇ ਗੁਰਮੁਖ ਪਿਆਰੇ ਅੱਜ ਇਸ ਸਥਾਨ 'ਤੇ ਆਏ ਆ ਅਤੇ ਇੱਥੋਂ ਦੀ ਜਾਣਕਾਰੀ ਪ੍ਰਾਪਤ ਕਰਕੇ ਤੁਹਾਡੇ ਸੰਗਤਾਂ ਤੱਕ ਪਹੁੰਚਾ ਰਹੇ ਹੈ। ਬਹੁਤ ਬਹੁਤ ਧੰਨਵਾਦ ਹੈ। ਕਹਿਣ ਤੋਂ ਭਾਵ ਤੀਸਰਾ ਹੈ ਪੁਸ਼ਤੈਨੀ, ਪੁਸਤ ਦਰ ਪੁਸਤ, ਜਿਹੜੇ ਪਰਿਵਾਰ ਬੈਠੇ ਆ, ਜਿਵੇਂ ਅਸੀਂ ਹੁਣ ਉਸ ਪਰਿਵਾਰ 'ਚੋਂ ਬੈਠੇ ਹਾਂ, ਸਾਨੂੰ ਪਤਾ ਹੈ, ਸਾਨੂੰ ਜੋ ਕੁਝ ਸਾਡੇ ਦਾਦਾ ਜੀ ਨੇ ਸਾਡੇ ਪਿਤਾ ਨੂੰ ਦੱਸਿਆ, ਸਾਡੇ ਪਿਤਾ ਜੀ ਨੇ ਸਾਨੂੰ ਦੱਸਿਆ, ਉਹ ਅਸੀਂ ਪੁਸਤ ਦਰ ਪੁਸਤ ਇਤਿਹਾਸ ਦੱਸਦੇ ਆ ਰਹੇ ਹਾਂ। ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਬਾਬਾ ਜੀਵਨ ਸਿੰਘ ਨੂੰ ਸੀਸ ਲੈਣ ਵਾਸਤੇ ਭੇਜਿਆ ਤੇ ਗੁਰਮੁਖ ਪਿਆਰਿਓ, ਬਾਬਾ ਜੀਵਨ ਸਿੰਘ ਜੀ ਨੂੰ ਇੱਕ ਸ਼ਬਦ ਦਿੱਤਾ ਹੈ, ਉਹ ਸੀ ਫਤਿਹਨਾਮਾ। ਫਤਿਹਨਾਮਾ ਕੀ ਸੀਗਾ? ਫਤਿਹਨਾਮਾ ਸੀਗਾ, ਚੰਦ ਹਮਾਰੇ ਮੁਖ ਵਸੈ, ਸੂਰਜ करे रसोए, गोविंद राय के बचन से फतेह तुम्हारी होए, ਅੱਖੀਂ ਘੱਟਾ ਮੂੰਹ 'ਚ ਡੱਟਾ, ਬਿਰ ਬਿਰ ਤੱਕੇ ਬੋਲ ਨਾ ਸਕੇ, ਮਾਰਿਆ ਲਾਜ ਪਾਜ ਦਾ ਪੈਣ, ਸਤਿਗੁਰ ਰਾਜ ਸਾਹਿਬ ਦੇ ਧੱਕੇ, ਸਦਕਾ ਬਾਬੇ ਨਾਨਕ ਦਾ। ਇਹ ਸ਼ਬਦ ਦਿੱਤਾ ਹੈ, ਕਿਹਾ ਕਿ ਤੁਸੀਂ ਇਹ ਸ਼ਬਦ ਪੜ੍ਹਦੇ ਚਲੇ ਜਾਇਓ, ਪੜ੍ਹਦੇ ਆ ਜਾਇਓ, ਤੁਹਾਨੂੰ ਸਾਰੇ ਖਲਕਤ ਦਿਸੇਗੀ ਪਰ ਤੁਸੀਂ ਕਿਸੇ ਨੂੰ ਨਹੀਂ ਦੱਸੋਗੇ। ਇਹ ਸ਼ਬਦ ਦਿੱਤਾ ਹੈ ਕਿਉਂਕਿ ਸੱਚੇ ਪਾਤਸ਼ਾਹ ਨੇ ਸ਼ਬਦ 'ਤੇ ਭਰੋਸਾ ਕੀਤਾ ਹੈ। ਸਾਨੂੰ ਆਪਣੇ ਜਾਣ ਤੋਂ ਬਾਅਦ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਗਏ। ਸ਼ਬਦ ਹੈ, ਇਹ ਸ਼ਬਦ ਦਿੱਤਾ ਜਦੋਂ ਬਾਬਾ ਜੀਵਨ ਸਿੰਘ ਜੀ ਸੀਸ ਲੈਣ ਵਾਸਤੇ ਗਏ, ਦਿੱਲੀ ਗਏ ਆ। ਦਿੱਲੀ ਜਾ ਕੇ ਭਾਈ ਆਗਿਆ ਰਾਮ ਜੀ ਨਾਲ ਸਲਾਹ ਕੀਤੀ ਹੈ, ਗੁਰਮਤਾ ਕੀਤਾ ਹੈ, ਅਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਉੱਥੇ ਭੇਸ ਬਦਲ ਕੇ ਜੈਬੂ ਨਿਸ਼ਾ ਦੀ ਮਦਦ ਦੇ ਨਾਲ ਗੁਰੂ ਸਾਹਿਬ ਜੀ ਦਾ ਸੀਸ ਉੱਥੋਂ ਚੁੱਕਿਆ। ਦੇਖੋ ਨਾ, ਅੱਜ ਕਿਸੇ ਮੁੱਖ ਮੰਤਰੀ ਦਾ ਲੜਕਾ ਹੋਵੇ ਤੇ ਉਹਦੀ ਸਾਰੇ ਸੂਬੇ ਵਿੱਚ ਚੱਲਦੀ ਹੁੰਦੀ ਹੈ। ਜੇ ਪ੍ਰਧਾਨ ਮੰਤਰੀ ਦਾ ਲੜਕਾ ਹੋਵੇ, ਸਾਰੇ ਭਾਰਤ ਵਿੱਚ ਉਹਦੀ ਚੱਲਦੀ ਹੈ। ਤੇ ਉਹ ਔਰੰਗਜ਼ੇਬ ਦੀ ਬੇਟੀ ਸੀਗੀ ਜੈਬੂ ਨਿਸ਼ਾ, ਉਹਦਾ ਹੁਕਮ ਚੱਲਦਾ ਸੀਗਾ। ਉਹਨਾਂ ਪਹਿਰਾਦਾਰਾਂ ਨੂੰ ਪਾਸੇ ਕੀਤਾ, ਗੁਰੂ ਸਾਹਿਬ ਦੀ ਮਦਦ ਕੀਤੀ। ਗੁਰੂ ਸਾਹਿਬ ਦੀ
ਮਦਦ ਦੇ ਨਾਲ ਕਰਨ ਦੇ ਨਾਲ ਹੀ ਭਾਈ ਜੈਤਾ ਜੀ ਸੀਸ ਲੈ ਕੇ ਆਏ। 11 ਨਵੰਬਰ ਨੂੰ ਸਾਹਿਬ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਚੁੱਕਦੇ ਆ। 12 ਨੂੰ ਵੱਡ ਖਾਲਸਾ, 13 ਨੂੰ ਤਰਾਵੜੀ, 14 ਨੂੰ ਅੰਬਾਲਾ, 15 ਨੂੰ ਨਾਭਾ। ਜੀਰਕਪੁਰ ਤੋਂ ਪਟਿਆਲੇ ਨੂੰ ਜਾਈਏ ਰਸਤੇ ਵਿੱਚ ਨਾਭਾ ਸਾਹਿਬ ਪਿੰਡ ਹੈ, ਤਹਿਸੀਲ ਉਸ ਵੇਲੇ ਰਾਜਪੁਰਾ ਸੀਗੀ, ਅੱਜ ਕੱਲ੍ਹ ਮੇਰਾ ਖਿਆਲ ਹੈ ਮੋਹਾਲੀ ਬਣ ਗਈ ਹੈ। ਅਤੇ 16 ਨੂੰ ਪਿਛਲਾ ਸਟੇਸ਼ਨ ਹੈ ਕੀਰਤਪੁਰ ਸਾਹਿਬ, ਗੁਰਦੁਆਰਾ ਭਵਾਨਗੜ੍ਹ, ਜਿੱਥੇ ਸੱਚੇ ਪਾਤਸ਼ਾਹ ਜਦੋਂ ਬਾਬਾ ਜੀਵਨ ਸਿੰਘ ਸੀਸ ਲੈ ਕੇ ਆਏ ਆ ਅਤੇ ਸੁਨੇਹਾ ਘੱਲਿਆ ਹੈ ਅਨੰਦਪੁਰ ਸਾਹਿਬ ਨੂੰ, ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਬਖਸ਼ਿਸ਼ ਸਦਕਾ ਸੀਸ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਚੁੱਕਾ ਹੈ। ਕਿਉਂਕਿ ਕੀਰਤਪੁਰ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਉਣਾ ਕੀਤਾ ਸੀਗਾ। ਇੱਥੇ ਸਿੱਖਾਂ ਦੀ ਬਹੁਤਾਤ ਸੀ, ਇੱਥੇ ਕੋਈ ਜ਼ਿਆਦਾ ਖਤਰਾ ਨਹੀਂ ਸੀਗਾ। ਉੱਥੇ ਭਾਈ ਨਨੂਆ ਜੀ ਨਾਂ ਕਰਕੇ ਇਤਿਹਾਸ ਵਿੱਚ ਆਇਆ, ਉਹ ਸਿੱਖ ਦਾ ਜਿਹਦੇ ਕੋਲ ਗੁਰੂ ਸਾਹਿਬ ਨੂੰ ਮੈਸੇਜ ਘੱਲਿਆ ਕਿ ਜੇ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਵਿੱਚ ਕਰਨਾ ਤੇ ਆਪ ਜੀ ਆ ਜਾਵੋ, ਜੇ ਅਨੰਦਪੁਰ ਸਾਹਿਬ ਕਰਨਾ ਤੇ ਮੈਂ ਸੀਸ ਲੈ ਕੇ ਅਨੰਦਪੁਰ ਸਾਹਿਬ ਆ ਜਾਵਾਂ। ਸੁਨੇਹਾ ਮਿਲਦੇ ਸਾਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਇਕੱਤਰ ਕੀਤਾ। ਇਕੱਤਰ ਕਰਕੇ ਕੀਰਤਨ ਕਰਦੇ ਹੋਏ ਸੋਹਣਾ ਜਿਹਾ ਭਗਵਾਨ ਸਜਾਇਆ। ਭਗਵਾਨ ਦੇ ਵਿੱਚ ਨਾਲ ਲਿਜਾ ਕੇ ਕੀਰਤਪੁਰ ਸਾਹਿਬ ਲੈ ਕੇ ਦੇਖਿਆ ਭਾਈ ਜੈਤਾ ਜੀ ਨੂੰ ਸੀਸ ਲੈ ਕੇ ਖੜੇ ਆ। ਧਰਤੀ ਦੇ ਨਾਲ ਪੈਰ ਨਹੀਂ ਲੱਗਦੇ, ਪੈਰ ਪੱਛੇ ਗਏ ਆ। ਚੋਲਾ ਫੜ ਚੁੱਕਾ ਹੈ, ਦਮਾਲਾ ਫੜ ਚੁੱਕਾ ਹੈ, ਖੂਨੋ ਖੂਨ ਹੋਏ ਪਏ ਆ। ਜੰਗਲਾਂ ਵਰਾਨਿਆਂ 'ਚੋਂ ਲੰਘ ਕੇ ਆਏ ਆ, ਦੁਸ਼ਮਣ ਦੇ ਬਾਗੀ ਹੋ ਕੇ ਲੰਘ ਕੇ ਆਏ ਆ। ਭਾਈ ਜੈਤਾ ਜੀ ਤੋਂ ਸੀਸ ਲੈ ਕੇ ਅਦਬ ਦੇ ਨਾਲ ਭਗਵਾਨ ਵਿੱਚ ਰੱਖਿਆ। ਭਗਵਾਨ ਵਿੱਚ ਸੀਸ ਰੱਖ ਕੇ ਤੇ ਭਾਈ ਜੈਤਾ ਜੀ ਨੂੰ ਘੁੱਟ ਕੇ ਜੱਫੀ 'ਚ ਲੈ ਲਿਆ। ਕੀ ਕਿਹਾ? ਐ ਸਿੱਖਾ ਤੂੰ ਰਾਖੀ ਸਿੱਖੀ, ਖੰਨਿਓ ਤਿੱਖੀ ਬਾਲੋਂ ਨਿੱਕੀ, ਤੁਮ ਰੰਗਰੇਟੇ ਗੁਰੂ ਕੇ ਬੇਟੇ, ਰਹੋ ਪੰਥ ਕੇ ਸੰਗ ਮੇਟੇ। ਭਾਈ ਜੈਤਾ ਜੀ ਤੇਰਾ ਪੰਥ ਚੱਲੇਗਾ, ਤੇਰਾ ਪਰਿਵਾਰ ਵਧੇਗਾ। ਜਰਾ ਧਿਆਨ ਮਾਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਬਾ ਜੀਵਨ ਸਿੰਘ ਨੂੰ ਜਦ ਨੀਰੀ ਜੱਫੀ ਪਾ ਕੇ ਕਿੰਨੇ ਕੁ ਵਾਰ ਦਿੱਤੇ ਹੋਣਗੇ, ਕਿੰਨੀਆਂ ਕੁ ਅਸੀਸਾਂ ਦਿੱਤੀਆਂ ਹੋਣਗੀਆਂ। ਕੁਰਬਾਨੀ ਬਹੁਤ ਵੱਡੀ ਹੈ। ਮੁਗਲਾਂ ਜਿਹੜਾ ਉਸ ਵੇਲੇ ਕਹਿ ਦਿੰਦੇ ਆਪਾਂ ਇੱਕ ਅੱਗ ਦੇ ਵਿੱਚੋਂ ਵਾਪਸ ਨਿਕਲ ਕੇ ਆਉਣਾ, ਇੱਕ ਬਹੁਤ ਵੱਡੀ ਕੁਰਬਾਨੀ ਹੈ। ਧੰਨ ਮਾਤਾ ਗੁਜਰ ਕੌਰ ਜੀ ਆਪਣੇ ਪਤੀ ਦਾ ਸੀਸ ਦੇਖਿਆ, ਨਮਸਕਾਰ ਕੀਤੀ, ਕਿਹਾ ਗੁਰੂ ਸਾਹਿਬ ਆਪ ਜੀ ਦੀ ਨਿਭ ਗਈ, ਮੇਰੀ ਨਿਭ ਆਵੇ। ਕੀ ਨਿਭ ਆਵੇ? ਆਪ ਜੀ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਗਈ ਹੈ, ਮੇਰੀ ਨਿਭ ਆਵੇ। ਇਹ ਮੰਗ ਮੰਗੀ ਆ ਮਾਤਾ ਨੇ ਉਸ ਵੇਲੇ ਜਦੋਂ ਸੀਸ ਦੇ ਦਰਸ਼ਨ ਕੀਤੇ ਆ। ਧੰਨ ਮਾਤਾ ਨਾਨਕੀ ਜਿਨ੍ਹਾਂ ਦੇ ਪੁੱਤਰ ਦਾ ਸੀਸ ਆਇਆ, ਕਿ ਉਹਨਾਂ ਨੇ ਭਾਈ ਜੈਤਾ ਜੀ ਨੂੰ ਅਸੀਸਾਂ ਨਹੀਂ ਦਿੱਤੀਆਂ ਹੋਣਗੀਆਂ? ਕਿੰਨੀਆਂ ਕੁ ਅਸੀਸਾਂ ਦਿੱਤੀਆਂ ਹੋਣਗੀਆਂ। ਗੁਰਮੁਖ ਪਿਆਰਿਓ, ਸੀਸ ਨੂੰ ਭਗਵਾਨ ਵਿੱਚ ਸਜਾ ਕੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਭੋਰਾ ਸਾਹਿਬ ਗੁਰੂ ਕੇ ਮਹਿਲ, ਜਿਸ ਜਗ੍ਹਾ ਤੇ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਹੈ, ਜਿੱਥੋਂ ਗੁਰੂ ਸਾਹਿਬ ਸੀਸ ਦੇਣ ਵਾਸਤੇ ਦਿੱਲੀ ਗਏ ਹੈ, ਉਸੇ ਜਗ੍ਹਾ ਦੇ ਉੱਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਆਪ ਭਗਵਾਨ ਲੈ ਕੇ ਪਹੁੰਚੇ ਹੈ। ਗੁਰਮੁਖਾਂ ਸੰਗਤਾਂ ਦੇ ਨਾਲ ਉਸ ਵੇਲੇ ਦੀਆਂ ਮਾਮਾ ਕਿਰਪਾਲ ਚੰਦ ਜੀ, ਹੋਰ ਗੁਰਮੁਖ ਪਿਆਰੇ ਜਿਹੜੇ ਸੀਗੇ, ਸਾਰਿਆਂ ਨੇ ਗੁਰਮਤਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਬਗੀਚਾ ਬਣਾਇਆ ਹੋਇਆ ਸੀ ਟਹਿਲਣ ਵਾਸਤੇ। ਸਾਰਿਆਂ ਨੇ ਗੁਰਮਤਾ ਕਰਕੇ ਉਸ ਬਗੀਚੇ ਦੇ ਵਿੱਚ, ਉਹ ਫੁਲਵਾੜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਹੈ। ਹੁਣ ਇੱਕ ਪਾਸੇ ਸੀਸ ਦਾ ਸੰਸਕਾਰ ਹੋ ਰਿਹਾ ਹੈ, ਦੂਜੇ ਪਾਸੇ 10ਵੇਂ ਪਾਤਸ਼ਾਹ ਬਾਲ ਗੋਬਿੰਦ ਰਾਏ 9 ਸਾਲ ਦੀ ਅਵਸਥਾ ਹੈ। ਮੈਂ ਇੱਕ ਗੱਲ ਇੱਥੇ ਹੋਰ ਜਾਣਕਾਰੀ ਤੁਹਾਨੂੰ ਦੇ ਦੇਵਾਂ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ 9 ਸਾਲ ਦੀ ਅਵਸਥਾ ਹੈ। ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੀ 18 ਸਾਲ 18 ਦਿਨ ਦੀ ਅਵਸਥਾ ਜਦੋਂ ਸੀਸ ਲੈ ਕੇ ਆਏ। ਸ਼ਹਿਰ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਅੱਜ ਮੌਜੂਦ ਹੈ, ਜਿੱਥੇ ਸੀਸ ਦਾ ਸੰਸਕਾਰ ਹੋਇਆ। ਇੱਕ ਉੱਚੀ ਠੇਰੀ ਤੇ ਖੜੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਬੋਧਿਤ ਹੋਇਆ ਭਾਈ ਜੈਤਾ ਜੀ ਨੂੰ, ਭਾਈ ਜੈਤਾ ਜੀ ਜਦੋਂ ਤੁਸੀਂ ਦਿੱਲੀ ਤੋਂ ਸੀਸ ਲੈ ਕੇ ਆਏ ਹੋ, ਕੀ ਉੱਥੇ ਦਿੱਲੀ ਦੇ ਵਿੱਚ ਹੋਰ ਸਿੱਖ ਹੈ ਨਹੀਂ ਸੀਗੇ? ਉਹਨਾਂ ਨੇ ਤੁਹਾਡੀ ਕੋਈ ਮਦਦ ਨਹੀਂ ਕੀਤੀ? ਸੱਚੇ ਪਾਤਸ਼ਾਹ ਮੇਰੀ ਮਦਦ ਵੀ ਕੀਤੀ ਕੁਝ ਸਿੱਖਾਂ ਨੇ, ਪਰ ਬਹੁਤੇ ਹਕੂਮਤ ਦੇ ਡਰ ਤੋਂ ਆਪਣੇ ਆਪਣੇ ਘਰਾਂ 'ਚ ਲੁੱਕ ਕੇ ਬੈਠੇ ਹੋਏ ਸੀ। ਹੈਂ,
ਉਹ ਨੌਵੇਂ ਨਾਨਕ ਦੀ ਸ਼ਹੀਦੀ ਹੋਈ ਹੋਵੇ ਤੇ ਨਾਨਕ ਨਾਮ ਲੈਵਾ ਸਿੱਖ ਘਰਾਂ 'ਚ ਲੁੱਕ ਕੇ ਬੈਠੇ ਹੋਣ। ਨਹੀਂ, ਹੁਣ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ। ਮੈਂ ਇੱਕ ਐਸਾ ਖਾਲਸਾ ਸਜਾਵਾਂਗਾ ਜਿਹੜਾ ਆਪਣੇ ਆਪ ਨੂੰ ਲੁਕਾਉਣਾ ਵੀ ਚਾਹਵੇ ਤਾਂ ਵੀ ਨਾ ਲੁਕ ਸਕੇ। ਸੱਚੇ ਪਾਤਸ਼ਾਹ ਨੇ ਐਵੇਂ ਨਹੀਂ ਸਾਨੂੰ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਨੂੰ ਇਹ ਬਾਣਾ ਪਵਾਇਆ। ਬਹੁਤ ਬਹੁਤ ਧੰਨਵਾਦ ਜੀ। ਦੇਖੋ, ਪੁਰਾਤਨਤਾ ਸਮੋਈ ਬੈਠਾ ਹੈ ਇਹ ਇਤਿਹਾਸ। ਬਾਬਾ ਜੀ ਨੇ ਬੜੀ ਖੁੱਲੀ ਜਾਣਕਾਰੀ ਦਿੱਤੀ ਹੈ, ਸਾਰਾ ਜਿਹੜਾ ਇਤਿਹਾਸ ਖੋਲ੍ਹ ਕੇ ਸਾਡੇ ਸਾਹਮਣੇ ਰੱਖਿਆ ਹੈ। ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ਨਾਲ ਦੀ ਨਾਲ, ਜਿਹੜੀਆਂ ਪੁਰਾਤਨ ਚੀਜ਼ਾਂ ਬਾਬਾ ਜੀ ਹੁਣਾਂ ਨੇ ਸੰਭਾਲ ਕੇ ਰੱਖੀਆਂ ਨੇ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।